ਲੰਮੇ ਸਮੇਂ ਤੋਂ ਜਿਹੜਾ ਕਿ ਬੱਸਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਪੀਆਰਟੀਸੀ ਆ ਜਿਹੜੀ ਕਿ ਜਮਾਂ ਖੂੰਜੇ ਲੱਗਦੀ ਨਜ਼ਰ ਆਈ ਤੇ ਪ੍ਰਾਈਵੇਟ ਘਰਾਣਿਆਂ ਦੀਆਂ ਬੱਸਾਂ ਵੱਧਦੀਆਂ ਨਜ਼ਰ ਆਈਆਂ। ਇਹਦਾ ਕਾਰਨ ਕੀ ਮੰਨਦੇ ਹੋ? ਇਹ ਆਪਣੇ ਲੋਕਾਂ ਦੀ ਇੱਕ ਫਿਤਰਤ ਹੀ ਬਣ ਗਈ ਆ। ਸਰਕਾਰੀ ਚੀਜ਼ ਨੂੰ ਕੋਈ ਕੇਅਰ ਹੀ ਨਹੀਂ ਕਰਦਾ। ਜਿਹੜੀ ਪ੍ਰਾਈਵੇਟ ਚੀਜ਼ ਆ ਉਹ ਤੁਹਾਡੀ ਆਪਦੀ ਆ, ਆਪਾਂ ਸੰਭਾਲਦੇ ਆ, ਖਿਆਲ ਰੱਖਦੇ ਆ ਉਹਦਾ। ਸਰਕਾਰਾਂ ਲੱਖਾਂ ਰੁਪਈਆ ਲਾ ਕੇ ਬਾਥਰੂਮ ਬਣਾਉਂਦੇ ਆ, ਮਹੀਨਾ ਨਹੀਂ ਚੱਲਦੇ ਜੀ ਉਹ ਬੰਦ ਹੋ ਜਾਂਦੇ, ਲੋਕ ਤੋੜ ਦਿੰਦੇ ਆ ਉਹਨਾਂ ਨੂੰ, ਕਿਉਂਕਿ ਉਹਨਾਂ ਤੇ ਕੋਈ ਕੇਅਰ ਨਹੀਂ ਕਰਦਾ। ਰੌਲਾ ਸਿਰਫ ਆਹੀ ਹੈ। ਸਾਹਿਬ ਵੱਲੋਂ ਬੜੇ ਤੰਜ ਕਸੇ ਗਏ ਨੇ, ਖਾਸ ਕਰਕੇ ਡਿੰਪੀ ਢਿੱਲੋਂ ਦੇ ਉੱਪਰ। ਇਹ ਕਿਉਂ ਬਣਦੇ ਆ ਉਹਦੇ ਕਸਨੇ? ਮੇਰਾ ਵਿਰੋਧੀ ਹੈ ਜੀ ਉਹ। ਅਸਲ ਗੱਲ ਇਹ ਹੈ ਵੀ ਉਹ ਬਹੁਤ ਅੰਦਰੋਂ ਘਬਰਾਇਆ ਹੋਇਆ। ਉੱਤੋਂ ਜਿੰਨੀਆਂ ਮਰਜ਼ੀ ਬੜਕਾ ਮਾਰੀ ਜਾਵੇ ਵੀ ਹਲਕੇ ਦੇ ਵਿੱਚ ਉਹਦੀ ਅਗਲੀ ਪਕੜ ਨਹੀਂ ਰਹੀ, ਖੋਖਲਾ ਹੋਇਆ ਪਿਆ। ਡਰ ਉਹਨੂੰ ਅੰਦਰ ਸਤਾ ਰਿਹਾ ਵੀ ਮੇਰੇ ਨਾਲ ਐਕਤੀ ਬਣੂ ਪਤਾ ਨਹੀਂ ਕੀ, ਕਿਉਂਕਿ ਝੂਠੇ ਲਾਰੇ ਗੱਪ ਸੜੱਪ ਸਾਡੇ ਹਲਕੇ ਦੇ ਲੋਕ ਉਹਨੂੰ ਸਮਝੀ ਬੈਠੇ ਆ। 4 ਬੱਸਾਂ ਬੌਂਡ ਕਰੀਆਂ ਨੇ, 68 ਬੱਸਾਂ ਦੇ ਚਲਾਨ ਕਰੇ ਨੇ। ਪਿਛਲੇ ਦਿਨੀ ਪ੍ਰੈਸ ਕਾਨਫਰੰਸ ਹੁੰਦੀ ਆ, ਉਸ ਦੇ ਵਿੱਚ ਕਿਹਾ ਜਾਂਦਾ ਡਿੰਪੀ ਢਿੱਲੋਂ ਦੀਆਂ ਕਿੰਨੀਆਂ ਬੱਸਾਂ ਸੀ? 60 ਬੱਸਾਂ ਤਾਂ ਮੇਰੀਆਂ ਇਕੱਲੀ ਦੀਆਂ ਅੰਦਰ ਆ ਜੀ। 60 ਬੱਸਾਂ ਮੇਰੀਆਂ ਇਕੱਲੀ ਦੀਆਂ ਅੰਦਰ ਆ ਜੀ। ਹਾਲਾਂਕਿ ਜਦੋਂ ਸਵਾਲ ਹੁੰਦੇ ਨੇ ਕਿ ਮਨਪ੍ਰੀਤ ਬਾਦਲ ਵੱਲ ਵੀ ਰਹਿੰਦਾ ਟੈਕਸ, ਤਾਂ ਉਹ ਕਹਿੰਦੇ ਨੇ ਕਿ 13.5 ਲੱਖ ਰੁਪਇਆ ਮਨਪ੍ਰੀਤ ਬਾਦਲ ਵੱਲ ਵੀ ਆ, ਉਹ ਵੀ ਦੇ ਦੇਣਗੇ। ਇਹਨੂੰ ਐ ਪੁੱਛੋ ਜਦੋਂ ਕਦੇ ਤੁਹਾਨੂੰ ਮਿਲਿਆ ਵੀ ਉਹਦੀ ਕੋਈ ਬੱਸ ਦਿੱਤੀ ਅੰਦਰ ਮਨਪ੍ਰੀਤ ਬਾਦਲ? ਡਰ ਲੱਗਦਾ ਉੱਥੋਂ? ਸਾਡੇ ਦੀ ਸ਼ੇਰ ਬਣਨ ਵਾਲਾ ਰਾਤ ਨੂੰ ਅੱਧੀ ਰਾਤ ਨੂੰ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਚੈੱਕ ਕਰਦਾ ਫਿਰਦਾ, ਦਿੱਲੀ ਨੰਬਰ ਦੀਆਂ ਚੈੱਕ ਕਰਦਾ ਫਿਰਦਾ, ਹਰਿਆਣੇ ਨੰਬਰ ਦੀਆਂ ਚੈੱਕ ਕਰਦਾ ਫਿਰਦਾ। ਇਹਨੂੰ ਪੁੱਛਣ ਵਾਲਾ ਹੋਵੇ ਵੀ ਮੰਤਰੀ ਤੂੰ ਪੰਜਾਬ ਦਾ ਕਿ ਹਰਿਆਣੇ ਦਿੱਲੀ ਦਾ? ਰੌਲਾ ਪਾਉਣ ਦੀ ਕੀ ਲੋੜ ਆ? ਮੈਨੂੰ ਤੁਸੀਂ ਕਦੇ ਬੱਸਾਂ 'ਤੇ ਵੇਖਿਆ? ਕਦੇ ਮੈਂ ਆਪਦੀ ਵੀਡੀਓ ਪਾਈ ਹੈ ਵੀ ਮੈਂ ਬੱਸਾਂ ਚੈੱਕ ਕਰਦਾ ਫਿਰਦਾ? ਮੈਂ ਬਹੁਤ ਮਿਹਨਤੀ ਹਾਂ, ਮੇਰੀਆਂ ਬੱਸਾਂ ਬੋਲਦੀਆਂ। ਜਿਹੜੇ ਰੂਟ 'ਤੇ ਬੱਸਾਂ ਸਾਡੀਆਂ ਚੱਲਦੀਆਂ, ਸਾਡੀਆਂ ਬੱਸਾਂ ਬੋਲਦੀਆਂ, ਸਾਡੀ ਸਰਵਿਸ ਬੋਲਦੀ ਆ। ਲੋਕ ਬੋਲਦੇ ਆ ਵੀ ਇਹਨਾਂ ਦੀ 1 ਨੰਬਰ ਦੀ ਸਰਵਿਸ ਆ। ਪੀਆਰਟੀਸੀ ਦੀਆਂ ਬੱਸਾਂ ਜਾਂ ਪਣਬੱਸ ਬੱਸਾਂ ਸੀਗੀਆਂ ਜਿਹੜੀਆਂ ਘੋੜੇ ਵਾਲੀ ਬੱਸ ਕਿਹਾ ਜਾਂਦਾ ਸੀ ਪੰਜਾਬੀ ਦੇ ਵਿੱਚ, ਜੇ ਆਪਾਂ ਕਹਿ ਦਈਏ ਤਾਂ ਉਹ ਖਤਮ ਹੋ ਗਈਆਂ ਨੇ। ਉਹਨਾਂ ਦੀ ਥਾਂ ਆ ਕੇ ਔਰਬਿਟ ਨੇ ਲੈ ਲਈ ਆ ਜਾਂ ਹੋਰ ਪ੍ਰਾਈਵੇਟ ਅਦਾਰਿਆਂ ਨੇ ਲੈ ਲਈ ਆ। ਇਹਦਾ ਕਾਰਨ ਕੀ ਮੰਨਦੇ ਹੋ ਖਤਮ ਹੋਣ? ਇਹ ਚੈਨਲ ਰਾਹੀਂ ਮੈਂ ਓਪਨ ਚੈਲੰਜ ਕਰਕੇ ਕਹਿਣਾ ਭਾਈ ਸਾਹਿਬ, ਮਿਸਮੈਨੇਜਮੈਂਟ ਕਿਸੇ ਸਰਕਾਰ ਦਾ ਕੋਈ ਕਸੂਰ ਨਹੀਂ, ਨਾ ਅਕਾਲੀ ਸਰਕਾਰ ਦਾ, ਨਾ ਕਹੂੰਗਾ ਮੈਂ ਕਾਂਗਰਸ ਸਰਕਾਰ ਦਾ। ਐਡਮਿਨਿਸਟ੍ਰੇਸ਼ਨ ਮਾੜੀ ਆ। ਮਤਲਬ ਮੈਂ ਦਾਅਵੇ ਨਾ ਕਹਿਣਾ, ਕੱਲ੍ਹ ਨੂੰ ਸਾਡੀ ਸਰਕਾਰ ਆ ਜੇ ਤੇ ਮੈਨੂੰ ਸੇਵਾ ਦਾ ਮੌਕਾ ਮਿਲ ਜੇ, ਮੈਨੂੰ ਸੇਵਾ ਦਾ ਮੌਕਾ ਮਿਲ ਜੇ ਟਰਾਂਸਪੋਰਟ ਚਲਾਉਣ ਦਾ, ਨਾਲੇ ਕਦੇ ਗੱਡੀ ਚੈੱਕ ਨਹੀਂ ਕਰਦਾ, ਕਿਤੇ ਤੁਹਾਨੂੰ ਇਹਦੇ ਵਾਂਗੂ ਡਰਾਮੇ ਕਰਦਾ ਨਹੀਂ ਮਿਲੂੰਗਾ, ਆਫਿਸ 'ਚ ਬਹਿ ਕੇ ਕਿਸੇ ਓਪਰੇਟਰ ਨੂੰ ਪ੍ਰਾਈਵੇਟ ਨੂੰ ਬੰਦ ਨਹੀਂ ਕਰਦਾ ਤੇ ਤੁਹਾਨੂੰ ਪੀਆਰਟੀਸੀ ਰੋਡਵੇਜ਼ ਕਾਮਯਾਬ ਕਰਕੇ ਵਿਖਾਓ। ਰੇਤ ਮਾਫੀਆ ਦੀ ਗੱਲ ਵੀ ਹੋਈ ਆ। ਰੇਤ ਮਾਫੀਆ ਚੰਨੀ ਸਾਹਿਬ ਕਹਿੰਦੇ ਨੇ ਅਸੀਂ 5.5 ਰੁਪਏ ਕਰਤਾ। ਭਾਈ ਸਾਹਿਬ ਮੈਨੂੰ ਤੁਹਾਡੇ ਮਾਧਿਅਮ ਜ਼ਰੀਏ ਪਤਾ ਲੱਗਿਆ, ਮੈਂ ਕੋਈ ਖੱਡ ਤੇ ਨਹੀਂ ਗਿਆ। ਤੁਹਾਡੇ ਮੀਡੀਆ ਵਾਲੇ ਜਾ ਕੇ ਸਾਰੀ ਰਿਪੋਰਟ ਲੈ ਕੇ ਆਏ ਆ, ਉਹੀ ਪੁੱਛ ਕੇ ਆਏ ਆ ਵੀ 5.5 ਰੁਪਏ ਭਾਈ ਤੁਸੀਂ ਸਾਡੀ ਟਰਾਲੀ ਭਰ ਦਿਓ। ਉਹ ਕਹਿੰਦੇ ਸਰਦਾਰ ਜੀ ਕਿਉਂ ਬੱਚੇ ਮਾਰਦੇ ਹੋ ਸਾਡੇ, ਸਾਨੂੰ ਪੈਂਦਾ ਹੀ ਬਹੁਤ ਮਹਿੰਗਾ ਹੈ, 22 ਰੁਪਈਆਂ ਤੋਂ ਘੱਟ ਤਾਂ ਦੇ ਹੀ ਨਹੀਂ ਸਕਦੇ। ਇਹ ਚੰਨੀ ਸਾਹਿਬ ਤਾਂ ਬੈਠੇ ਛੰਡੀ ਤੁਰੇ ਆਉਂਦੇ ਆ, ਕਦੇ ਕੁਛ ਕਹਿ ਦਿੰਦੇ ਆ, ਕਦੇ ਕੁਛ ਕਹਿੰਦੇ। ਜਿਹਦੀ ਲਾਗਤ ਹੀ 20 ਰੁਪਏ ਆ ਉਹ ਤੁਹਾਨੂੰ 5.5 ਰੁਪਏ ਕਿਵੇਂ ਮਿਲ ਜੂਗਾ? ਬੱਚਿਆਂ ਦੀ ਗੱਲ ਕਰੀ ਜਾਂਦੇ ਚੰਨੀ ਸਾਹਿਬ। ਹਾਊ ਇਟ ਕੈਨ ਬੀ ਪੋਸੀਬਲ? ਵਿਧਾਨ ਸਭਾ ਦੇ ਵਿੱਚ ਵੀ ਕਾਫੀ ਕੁਝ ਬੋਲ ਕੇ ਗਏ ਨੇ ਚੰਨੀ ਸਾਹਿਬ। ਕਿਹਾ ਗਿਆ ਕਿ ਅਕਾਲੀ ਦਲ ਇੱਕ ਗਦਾਰ ਪਾਰਟੀ ਹੈ। ਕਾਂਗਰਸ ਤਾਂ ਬੜੀ ਹਮਦਰਦ ਤੇ ਦਿਲਦਾਰ ਪਾਰਟੀ ਹੈ, ਉਦੋਂ ਵੱਡੀ ਤਾਂ ਗਰਦਾਰ ਹੀ ਕੋਈ ਨਹੀਂ। ਸਾਰੀ ਦੁਨੀਆ ਦੇ ਸਿੱਖ ਦਿੱਲੀ ਦੇ ਇਹਨਾਂ ਨੇ ਮਰਵਾਤੇ। 1984 ਦੇ ਵਿੱਚ ਐਡਾ ਵੱਡਾ ਇਹਨਾਂ ਨੇ ਕਤਲੇਆਮ ਕੀਤਾ। ਗੁਰੂ ਸਾਹਿਬ ਤੇ ਇਹਨਾਂ ਨੇ ਹਰਮੰਦਰ ਸਾਹਿਬ ਜਿਹਨੂੰ ਦੁਨੀਆ ਮੰਨਦੀ ਆ ਉਹ ਤੇ ਤੋਪਾਂ ਚਲਾਤੀਆਂ, ਤੇ ਅਸੀਂ ਗਦਾਰ ਪਾਰਟੀਆਂ। ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਹੁੰਦਾ ਤਾਂ ਲਗਾਤਾਰ ਵਿਚਾਰ ਚਰਚਾ ਹੁੰਦੀ ਆ। ਲਗਾਤਾਰ ਕਿਹਾ ਜਾਂਦਾ ਕਿ ਪੰਜਾਬ ਦੇ ਵਿੱਚ ਮਾਫੀਆ ਗਾ, ਪੰਜਾਬ ਦੇ ਵਿੱਚ ਟਰਾਂਸਪੋਰਟਰਾਂ ਦੇ ਉੱਪਰ ਕਾਫੀ ਸਕੰਜਾ ਕੱਸਿਆ ਗਿਆ। ਤਾਂ ਗੱਲਬਾਤ ਕਰਾਂਗੇ। ਅੱਜ ਸਾਡੇ ਨਾਲ ਇੱਕ ਟਰਾਂਸਪੋਰਟਰ ਮੌਜੂਦ ਨੇ, ਭਾਵੇਂ ਕਿ ਅਕਾਲੀ ਦਲ ਵਿੱਚ ਸ਼ਾਮਲ ਨੇ, ਪਰ ਵਿਰੋਧੀ ਧਿਰਾਂ ਇੱਕ ਦੂਜੇ ਦੇ ਉੱਪਰ ਤੰਜ ਕੱਸਦੀਆਂ ਨਜ਼ਰ ਆਉਂਦੀਆਂ ਨੇ। ਤੇ ਉੱਥੇ ਹੀ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਕਾਫੀ ਵੱਡੇ ਇਲਜ਼ਾਮ ਲਗਾਏ ਜਾਂਦੇ ਨੇ, ਜਿਨ੍ਹਾਂ ਨੇ ਬੱਸ ਮਾਫੀਆ ਦੇ ਨਾਮ ਦੇ ਉੱਪਰ ਪੈਸਾ ਕਮਾਇਆ। ਪਰ ਇੱਥੇ ਗੱਲ ਹੋਰ ਵਿਚਾਰਨਯੋਗ ਆ ਕਿ ਰਾਜਾ ਵੜਿੰਗ ਦੇ ਵੱਲੋਂ ਇੱਥੋਂ ਤੱਕ ਕਿਹਾ ਜਾਂਦਾ ਕਿ ਉਹਨਾਂ ਤਾਂ ਅਹਿਮਦ ਸ਼ਾਹ ਅਬਦਾਲੀ ਵੱਲੋਂ ਨਹੀਂ ਲੁੱਟਿਆ ਗਿਆ ਜਿੰਨਾ ਪਿਛਲੇ 14.5 ਸਾਲਾਂ ਦੇ ਵਿੱਚ ਲੁੱਟਿਆ ਗਿਆ। ਤਾਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਡਿੰਪੀ ਢਿੱਲੋਂ ਮੌਜੂਦ ਨੇ। ਢਿੱਲੋਂ ਸਾਹਿਬ ਪਹਿਲਾਂ ਬਹੁਤ ਸਵਾਗਤ ਹੈ ਜੀ। ਸਰ ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਵਾਲ ਉਹੀ ਨੇ ਜਿਹੜੇ ਸਾਰੇ ਮੀਡੀਆ ਨੇ ਪੁੱਛੇ ਨੇ, ਸਵਾਲ ਵੀ ਉਹੀ ਆ ਤੇ ਗੱਲਾਂ ਵੀ ਉਹੀ ਨੇ। ਤੇ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਕਿ ਬੱਸਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਪੀਆਰਟੀਸੀ ਆ ਜਿਹੜੀ ਕਿ ਜਮਾਂ ਖੂੰਜੇ ਲੱਗਦੀ ਨਜ਼ਰ ਆਈ ਤੇ ਪ੍ਰਾਈਵੇਟ ਘਰਾਣਿਆਂ ਦੀਆਂ ਬੱਸਾਂ ਵੱਧਦੀਆਂ ਨਜ਼ਰ ਆਈਆਂ। ਇਹਦਾ ਕਾਰਨ ਕੀ ਮੰਨਦੇ ਹੋ?
ਭਾਈ ਸਾਹਿਬ ਇਹ ਕੱਲੀ ਕੋਈ ਪੀਆਰਟੀਸੀ ਜਾਂ ਪ੍ਰਾਈਵੇਟ ਬੱਸਾਂ ਦਾ ਸਵਾਲ ਨਹੀਂ, ਇਹ ਆਪਣੇ ਲੋਕਾਂ ਦੀ ਇੱਕ ਫਿਤਰਤ ਹੀ ਬਣ ਗਈ ਆ। ਸਰਕਾਰੀ ਚੀਜ਼ ਨੂੰ ਕੋਈ ਕੇਅਰ ਹੀ ਨਹੀਂ ਕਰਦਾ। ਜਿਵੇਂ ਆਪਾਂ ਕਹਿ ਦਿੰਦੇ ਆ ਕਿ ਸਾਂਝੇ ਬਾਬੇ ਨੂੰ ਕੋਈ ਨਹੀਂ ਰੋਂਦਾ, ਸਰਕਾਰੀ ਚੀਜ਼ ਦੀ ਕੋਈ ਵੀ ਕੇਅਰ ਨਹੀਂ ਕਰਦਾ। ਜਿਹੜੀ ਪ੍ਰਾਈਵੇਟ ਚੀਜ਼ ਆ ਉਹ ਤੁਹਾਡੀ ਆਪਦੀ ਆ, ਆਪਾਂ ਸੰਭਾਲਦੇ ਆ, ਖਿਆਲ ਰੱਖਦੇ ਆ ਉਹਦਾ, ਸਵੇਰ ਸ਼ਾਮ ਥੱਲੇ ਵੀ ਉਹਦੇ ਵੜਦੇ ਆ, ਦੇਖਦੇ ਆ ਵੀ ਕੀ ਕੋਈ ਇਹਦੇ 'ਚ ਕੋਈ ਪ੍ਰੋਬਲਮ ਤਾਂ ਨਹੀਂ, ਕਿਉਂਕਿ ਉਹਨੇ ਆਪਾਂ ਨੂੰ ਕਮਾਈ ਦੇਣੀ ਹੁੰਦੀ ਹੈ। ਅਤੇ ਜਿਹੜੀ ਸਰਕਾਰੀ ਚੀਜ਼ ਆ ਜੀ ਉਹ ਆਪ ਦਾ ਕੰਮ ਕੀਤਾ ਅਤੇ ਕਸਬਾਂ ਨੂੰ ਖਾਵੇ ਜੀਤਾ। ਇਸ ਕਰਕੇ ਕੱਲੀ ਟਰਾਂਸਪੋਰਟ ਪੀਆਰਟੀਸੀ ਜਾਂ ਰੋਡਵੇਜ਼ ਨਹੀਂ, ਤੁਸੀਂ ABC ਕੋਈ ਸਰਕਾਰੀ ਅਦਾਰਾ ਲਾ ਲਓ, ਕੋਈ ਵੀ ਸਕੂਲ ਲਾ ਲਓ, ਸਾਰੇ ਸਰਕਾਰੀ ਸਕੂਲ ਤਕਰੀਬਨ ਸਾਰੇ ਫੇਲ ਆ ਅਤੇ ਪ੍ਰਾਈਵੇਟ ਸਾਰੇ ਕਾਮਯਾਬ ਆ। ਤੁਸੀਂ ਕੋਈ ਚੀਜ਼ ਲੈ ਲਓ, ਤੁਸੀਂ ABC ਕੋਈ ਵੀ ਚੀਜ਼ ਲੈ ਲਓ, ਸਰਕਾਰੀ ਕਿਉਂ ਫੇਲ ਆ? ਸਰਕਾਰੀ ਇੱਥੋਂ ਤੱਕ ਕਿ ਜਿਹੜੇ ਬਾਥਰੂਮ ਵੀ ਆ ਨਾ, ਸਰਕਾਰਾਂ ਲੱਖਾਂ ਰੁਪਈਆ ਲਾ ਕੇ ਬਾਥਰੂਮ ਬਣਾਉਂਦੇ ਆ, ਮਹੀਨਾ ਨਹੀਂ ਚੱਲਦੇ ਜੀ ਉਹ ਬੰਦ ਹੋ ਜਾਂਦੇ, ਲੋਕ ਤੋੜ ਦਿੰਦੇ ਆ ਉਹਨਾਂ ਨੂੰ, ਕਿਉਂਕਿ ਉਹਨਾਂ 'ਤੇ ਕੋਈ ਕੇਅਰ ਨਹੀਂ ਕਰਦਾ। ਰੌਲਾ ਸਿਰਫ ਆਹੀ ਹੈ। ਪਰ ਵੜਿੰਗ ਸਾਹਿਬ ਵੱਲੋਂ ਬੜੇ ਤੰਜ ਕਸੇ ਗਏ ਨੇ, ਖਾਸ ਕਰਕੇ ਡਿੰਪੀ ਢਿੱਲੋਂ ਦੇ ਉੱਪਰ, ਇਹ ਕਿਉਂ? ਮੇਰਾ ਵਿਰੋਧੀ ਹੈ ਜੀ, ਹੁਣ ਬਣਦੇ ਆ ਉਹਦੇ ਕਸਨੇ ਮੇਰਾ ਵਿਰੋਧੀ ਹੈ ਜੀ ਉਹ ਬਟ ਉਹ ਐਕਚੁਅਲੀ ਨਾ ਜੀ ਡਰਿਆ ਹੋਇਆ ਅੰਦਰੋਂ। ਅਸਲ ਗੱਲ ਇਹ ਹੈ ਵੀ ਉਹ ਬਹੁਤ ਅੰਦਰੋਂ ਘਬਰਾਇਆ ਹੋਇਆ। ਸਭ ਤੋਂ ਵੱਡੀ ਤਾਂ ਉਹਨੂੰ ਇਹ ਘਬਰਾਹਟ ਹੋਈ ਪਈ ਆ, ਉੱਤੋਂ ਜਿੰਨੀਆਂ ਮਰਜ਼ੀ ਬੜਕਾ ਮਾਰੀ ਜਾਵੇ ਵੀ ਹਲਕੇ ਦੇ ਵਿੱਚ ਉਹਦੀ ਅਗਲੀ ਪਕੜ ਨਹੀਂ ਰਹੀ, ਖੋਖਲਾ ਹੋਇਆ ਪਿਆ। ਡਰ ਉਹਨੂੰ ਅੰਦਰੇ ਅੰਦਰ ਸਤਾ ਰਿਹਾ ਵੀ ਮੇਰੇ ਨਾਲ ਐਕਤੀ ਬਣੂ ਪਤਾ ਨਹੀਂ ਕੀ, ਕਿਉਂਕਿ ਝੂਠੇ ਲਾਰੇ ਗੱਪ ਸੜੱਪ ਸਾਡੇ ਹਲਕੇ ਦੇ ਲੋਕ ਉਹਨੂੰ ਸਮਝੀ ਬੈਠੇ ਆ। ਪਹਿਲਾ ਡਰ। ਦੂਜਾ ਡਰ ਉਹਨੂੰ ਇਹ ਸਤਾਈ ਜਾ ਰਿਹਾ ਵੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਜਿਹੜੀ ਮਿਹਨਤ ਆ ਦਿਨ ਰਾਤ ਕਰੀ ਜਾਂਦੇ ਆ, ਅਕਾਲੀ ਦਲ ਦਾ ਗ੍ਰਾਫ ਡੇ ਬਾਏ ਡੇ ਉੱਪਰ ਉੱਠ ਰਿਹਾ, ਅਤੇ ਉਹ ਵੀ ਉਹਨੂੰ ਦਿਨ ਰਾਤ ਅੰਦਰੋਂ ਅੰਦਰੀ ਇਹ ਸਾਰੀ ਜੁੰਡਲੀ ਨੂੰ ਖਾਈ ਜਾਂਦੀ ਆ ਵੀ ਆ ਗਈ ਅਕਾਲੀ ਦਲ ਦੀ ਸਰਕਾਰ। ਫਿਰ ਇਹਨੂੰ ਹੁਣ ਇਹ ਹੋਇਆ ਪਿਆ ਵੀ ਕੋਈ ਕਸਰ ਰਹਿ ਨਾ ਜਾਵੇ, ਵੀ ਮੈਥੋਂ ਜੋ ਹੁੰਦਾ ਮੈਂ ਕਰਦਾ, ਨਿਬੇੜਦਾ ਕੰਮ ਮੈਂ ਆਪਦੇ ਬੰਨਿਓ। 304 ਬੱਸਾਂ ਬੌਂਡ ਕਰੀਆਂ ਨੇ, 68 ਬੱਸਾਂ ਦੇ ਚਲਾਨ ਕਰੇ ਨੇ। ਪਿਛਲੇ ਦਿਨੀ ਪ੍ਰੈਸ ਕਾਨਫਰੰਸ ਹੁੰਦੀ ਆ, ਉਸ ਦੇ ਵਿੱਚ ਕਿਹਾ ਜਾਂਦਾ ਡਿੰਪੀ ਢਿੱਲੋਂ ਦੀਆਂ ਕਿੰਨੀਆਂ ਬੱਸਾਂ ਸੀ? 60 ਬੱਸਾਂ ਤਾਂ ਮੇਰੀਆਂ ਇਕੱਲੀ ਦੀਆਂ ਅੰਦਰ ਆ ਜੀ, 60 ਬੱਸਾਂ ਮੇਰੀਆਂ ਇਕੱਲੀ ਦੀਆਂ ਅੰਦਰ ਆ ਜੀ। 7 ਕਰੋੜ ਦਾ ਕਿਹਾ ਜਾਂਦਾ ਕਿ ਡਿਫਾਲਟਰਾਂ ਵੱਲੋਂ ਜਿਹੜਾ ਟੈਕਸ ਆ ਉਹ ਵਸੂਲਿਆ ਗਿਆ, ਅਤੇ ਹਜੇ ਹੋਰ ਵੀ ਰਹਿੰਦਾ ਗਾ। ਹਾਲਾਂਕਿ ਜਦੋਂ ਸਵਾਲ ਹੁੰਦੇ ਨੇ ਕਿ ਮਨਪ੍ਰੀਤ ਬਾਦਲ ਵੱਲ ਵੀ ਰਹਿੰਦਾ ਟੈਕਸ, ਤਾਂ ਉਹ ਕਹਿੰਦੇ ਨੇ ਕਿ 13.5 ਲੱਖ ਰੁਪਇਆ ਮਨਪ੍ਰੀਤ ਬਾਦਲ ਵੱਲ ਵੀ ਆ, ਉਹ ਵੀ ਦੇ ਦੇਣਗੇ। ਇਹਨੂੰ ਐਂ ਪੁੱਛੋ ਜੀ ਬੱਸ ਦਿੱਤੀ ਉਹਦੀ ਕੋਈ ਅੰਦਰ? ਇਹਨੂੰ ਐਂ ਪੁੱਛੋ ਜਦੋਂ ਕਿਤੇ ਤੁਹਾਨੂੰ ਮਿਲਿਆ ਵੀ ਉਹਦੀ ਕੋਈ ਬੱਸ ਦਿੱਤੀ ਅੰਦਰ ਮਨਪ੍ਰੀਤ ਬਾਦਲ ਦੀ? ਡਰ ਲੱਗਦਾ ਉਹ ਤੋਂ? ਸਾਡੇ ਦੀ ਸ਼ੇਰ ਬਣਨ ਵਾਲਾ ਇੱਥੋਂ ਪਤਾ ਲੱਗਦਾ ਨਾ ਵੈਂਡੇਟਰ ਦਾ, ਇੱਥੋਂ ਪਤਾ ਲੱਗਦਾ ਡਰ ਇਹਦੇ ਅੰਦਰ ਕਿੰਨਾ ਬੈਠਾ ਹੋਇਆ। ਕਿਉਂਕਿ ਰਾਜਾ ਵੜਿੰਗ ਨੇ ਕਿਹਾ ਸੀ ਕਿ ਮਹਿਕਮਾ ਉਹ ਮਿਲ ਜੇ ਜਿਹਦੇ 'ਚ ਸਵਾਦ ਆ ਜੇ, ਅਤੇ ਹੁਣ ਉਹ ਕਹਿੰਦਾ ਕਿ ਸਵਾਦ ਆ ਗਿਆ ਕੰਮ ਕਰਨ ਦਾ ਵੀ ਅਤੇ ਮਹਿਕਮਾ ਲੈਣ ਦਾ ਵੀ। ਭਾਈ ਸਾਹਿਬ ਮੈਂ ਇਹ ਕਹੂੰਗਾ ਵੀ ਇਹਦੀ ਆਦਤ ਆ ਡਰਾਮੇਬਾਜ਼ੀ ਜ਼ਿਆਦਾ ਕਰਨ ਦੀ, ਹਮੇਸ਼ਾ ਹੀ ਕਰਦਾ। ਜਿਵੇਂ ਇਲੈਕਸ਼ਨਾਂ 'ਚ ਤੁਸੀਂ ਦੇਖਿਆ ਹੋਣਾ, ਗਰੀਬਾਂ ਦੇ ਘਰੇ ਜਾ ਕੇ ਪੈ ਗਿਆ, ਰਾਤ ਨੂੰ ਡਰਾਮਾ ਕਰਤਾ, ਰੋਟੀ ਖਾ ਲਈ ਜਾ ਕੇ ਆਪਦੀ ਨਾਲ ਲੈ ਗਿਆ, ਉੱਥੇ ਟਿਫਨ 'ਚ ਉਹਨਾਂ ਨੂੰ ਫੜਾਤੀ ਵੀ ਇਹ ਪੇਸ਼ ਕਰ ਦਿਓ ਮੇਰੇ ਕੋਲੇ, ਖਾ ਲਈ ਉਹਨਾਂ ਦੇ ਨਾਲ ਬਹਿ ਕੇ। ਇਸ ਟਾਈਪ ਦੇ ਡਰਾਮੇ ਉਦੋਂ ਮੁੜ ਕੇ ਇੱਥੇ ਆਉਣਾ ਹੀ ਨਹੀਂ ਕਿਸੇ ਨੂੰ। 70 ਮਾਵਾਂ ਬਣਾ ਲਈਆਂ ਕਿਸੇ ਪਿੰਡ 'ਚ ਜਾ ਕੇ, ਮੁੜ ਕੇ ਕਿਸੇ ਮਾਂ ਨੂੰ ਨਹੀਂ ਸਿਆਣਨਾ, ਉਹ ਰੋਂਦੀਆਂ ਤੁਰੀਆਂ ਫਿਰਦੀਆਂ। ਇਹੋ ਜਿਹੇ ਡਰਾਮੇ ਕਰਤਾ। ਹੁਣ ਇਹ ਦੁਬਾਰੇ ਉਹੀ ਡਰਾਮੇ ਲਿਆ ਕੇ ਇਹਨੇ ਇੱਥੇ ਸਟਾਰਟ ਕਰਤੇ। ਉਸ ਅੱਡੇ 'ਚ ਵੜ ਕੇ ਸਫਾਈ ਕਰਤੀ, ਰਾਤ ਨੂੰ ਅੱਧੀ ਰਾਤ ਨੂੰ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਚੈੱਕ ਕਰਦਾ ਫਿਰਦਾ, ਦਿੱਲੀ ਨੰਬਰ ਦੀਆਂ ਚੈੱਕ ਕਰਦਾ ਫਿਰਦਾ, ਹਰਿਆਣੇ ਨੰਬਰ ਦੀਆਂ ਚੈੱਕ ਕਰਦਾ ਫਿਰਦਾ। ਇਹਨੂੰ ਪੁੱਛਣ ਵਾਲਾ ਹੋਵੇ ਵੀ ਮੰਤਰੀ ਤੂੰ ਪੰਜਾਬ ਦਾ ਕਿ ਹਰਿਆਣੇ ਦਿੱਲੀ ਦਾ? ਵੀ ਜੇ ਕੋਈ ਹਰਿਆਣੇ 'ਚੋਂ ਜਾਂ ਦਿੱਲੀ 'ਚੋਂ ਬੱਸ ਆਉਂਦੀ ਆ, ਪੰਜਾਬ ਸਟੇਟ ਦਾ ਟੈਕਸ ਦਿੰਦੀ ਆ, ਅਤੇ ਉਹ ਆਪਣੇ ਪੰਜਾਬ ਦੀ ਰਨ ਥਰੂ ਹੋ ਕੇ ਉਧਰ ਮਨਾਲੀ ਜਾ ਵੜਦੀ ਹੈ ਜਾਂ ਕੋਈ ਆਪਣਾ ਜੰਮੂ ਜਾ ਵੜਦੀ ਆ, ਅਤੇ ਆਪਣਾ ਕੀ ਲੈ ਗਈ ਜੀ? ਉਹ ਆਪਾਂ ਨੂੰ ਟੈਕਸ ਦੇ ਕੇ ਗਈ ਆ ਨਾ। ਇੱਕ ਮਤਲਬ ਕਿ ਰਾਤ ਨੂੰ ਬੱਸਾਂ ਦੇ ਵਿੱਚ ਕੈਮਰੇ ਲਾ ਕੇ ਇੱਕ ਦਿਖਾਉਣਾ ਵੀ ਰਾਜਾ ਵੜਿੰਗ ਬੜਾ ਮਿਹਨਤੀ ਮੁੰਡਾ ਜੀ, ਅਤੇ ਮੈਂ ਬੱਸਾਂ ਚੈੱਕ ਕਰਦਾ ਫਿਰਦਾ। ਜੇ ਤੂੰ ਕਰਨਾ ਚੁੱਪ ਚਪੀਤੇ ਕਰ ਲਾ, ਤੇਰਾ ਰਿਜ਼ਲਟ ਬੋਲੂਗਾ, ਰੌਲਾ ਪਾਉਣ ਦੀ ਕੀ ਲੋੜ ਆ? ਮੈਨੂੰ ਤੁਸੀਂ ਕਦੇ ਬੱਸਾਂ 'ਤੇ ਵੇਖਿਆ?
ਕਦੇ ਮੈਂ ਆਪਦੀ ਵੀਡੀਓ ਪਾਈ ਹੈ ਵੀ ਮੈਂ ਬੱਸਾਂ ਚੈੱਕ ਕਰਦਾ ਫਿਰਦਾ। ਮੈਂ ਬਹੁਤ ਮਿਹਨਤੀ ਹਾਂ, ਮੇਰੀਆਂ ਬੱਸਾਂ ਬੋਲਦੀਆਂ। ਜਿਹੜੇ ਰੂਟ ਤੇ ਬੱਸਾਂ ਸਾਡੀਆਂ ਚੱਲਦੀਆਂ, ਸਾਡੀਆਂ ਬੱਸਾਂ ਬੋਲਦੀਆਂ, ਸਾਡੀ ਸਰਵਿਸ ਬੋਲਦੀ ਆ। ਲੋਕ ਬੋਲਦੇ ਆ ਵੀ ਇਹਨਾਂ ਦੀ ਇੱਕ ਨੰਬਰ ਦੀ ਸਰਵਿਸ ਆ। ਇਹ ਹੁੰਦੀ ਹੈ ਐਡਮਿਨਿਸਟ੍ਰੇਸ਼ਨ। ਕਾਰਨ ਕੀ ਮੰਨਦੇ ਹੋ ਜਿਹੜੀਆਂ ਪੀਆਰਟੀਐਸ ਦੀਆਂ ਬੱਸਾਂ ਜਾਂ ਪਨਬੱਸ ਬੱਸਾਂ ਸੀਗੀਆਂ, ਜਿਹੜੀਆਂ ਘੋੜੇ ਵਾਲੀ ਬੱਸ ਕਿਹਾ ਜਾਂਦਾ ਸੀ ਪੰਜਾਬੀ ਦੇ ਵਿੱਚ ਜੇ ਆਪਾਂ ਕਹਿ ਦਈਏ, ਤਾਂ ਉਹ ਖਤਮ ਹੋ ਗਈਆਂ ਨੇ, ਉਹਨਾਂ ਦੀ ਥਾਂ ਆ ਕੇ ਔਰਬਿਟ ਨੇ ਲੈ ਲਈ ਆ ਜਾਂ ਹੋਰ ਪ੍ਰਾਈਵੇਟ ਅਦਾਰਿਆਂ ਨੇ ਲੈ ਲਈ ਆ। ਇਹਦਾ ਕਾਰਨ ਕੀ ਮੰਨਦੇ ਹੋ ਖਤਮ ਹੋਣ ਇਹ ਦਾ? ਚੈਨਲ ਰਾਹੀਂ ਮੈਂ ਓਪਨ ਚੈਲੰਜ ਕਰਕੇ ਕਹਿਣਾ ਭਾਈ ਸਾਹਿਬ, ਮਿਸਮੈਨੇਜਮੈਂਟ ਕਿਸੇ ਸਰਕਾਰ ਦਾ ਕੋਈ ਕਸੂਰ ਨਹੀਂ, ਨਾ ਅਕਾਲੀ ਸਰਕਾਰ ਦਾ, ਨਾ ਕਹੂੰਗਾ ਮੈਂ ਕਾਂਗਰਸ ਸਰਕਾਰ ਦਾ। ਐਡਮਿਨਿਸਟ੍ਰੇਸ਼ਨ ਮਾੜੀ ਆ। ਐਡਮਿਨਿਸਟ੍ਰੇਸ਼ਨ ਇਹਨਾਂ ਨੂੰ ਕਰਨੀ ਨਹੀਂ ਆਉਂਦੀ ਸੈੱਟ। ਲੈ ਮੈਂ ਦਾਅਵੇ ਨਾ ਕਹਿਣਾ, ਕੱਲ੍ਹ ਨੂੰ ਸਾਡੀ ਸਰਕਾਰ ਆ ਜੇ ਤੇ ਮੈਨੂੰ ਸੇਵਾ ਦਾ ਮੌਕਾ ਮਿਲ ਜੇ, ਮੈਨੂੰ ਸੇਵਾ ਦਾ ਮੌਕਾ ਮਿਲ ਜੇ ਟਰਾਂਸਪੋਰਟ ਚਲਾਉਣ ਦਾ, ਨਾਲੇ ਕਦੇ ਗੱਡੀ ਚੈੱਕ ਨਹੀਂ ਕਰਦਾ, ਕਿਤੇ ਤੁਹਾਨੂੰ ਇਹਦੇ ਵਾਂਗੂ ਡਰਾਮੇ ਕਰਦਾ ਨਹੀਂ ਮਿਲੂੰਗਾ, ਆਫਿਸ 'ਚ ਬਹਿ ਕੇ ਕਿਸੇ ਓਪਰੇਟਰ ਨੂੰ ਪ੍ਰਾਈਵੇਟ ਨੂੰ ਬੰਦ ਨਹੀਂ ਕਰਦਾ ਤੇ ਤੁਹਾਨੂੰ ਪੀਆਰਟੀਸੀ ਰੋਡਵੇਜ਼ ਕਾਮਯਾਬ ਕਰਕੇ ਵਿਖਾਊਂਗਾ। ਕਿਤੇ ਇਹ ਨਾ ਹੋਵੇ ਨਾ ਕਿ ਜਿਹੜੀਆਂ 2650 ਬੱਸਾਂ ਨੇ ਉਹ ਵੀ ਖਤਮ ਹੋ ਜਾਣ। ਭਾਈ ਸਾਹਿਬ, ਮੈਂ ਵਾਅਦਾ ਤੁਹਾਡੇ ਮੀਡੀਆ ਦੇ ਉੱਤੇ ਕਰ ਰਿਹਾ ਤੇ ਤੁਸੀਂ ਮਿੰਟ ਮਿੰਟ ਤੇ ਕੈਮਰਾ ਲੈ ਕੇ ਮੇਰੇ ਕੋਲੇ ਪਹੁੰਚ ਜਾਓਗੇ। ਮੈਂ ਕੋਈ ਅੰਦਰ ਬੈਠਾ, ਆਪਾਂ ਕੋਈ ਆਮ ਗੱਲ ਨਹੀਂ ਕਰ ਰਹੇ, ਮੈਂ ਤੁਹਾਡੇ ਮੀਡੀਆ ਤੇ ਬੋਲ ਰਿਹਾ ਤੇ ਤੁਸੀਂ ਜਾਨ ਖਾ ਜਾਂਦੇ ਹੋ ਪੱਟ ਕੇ। ਕਿਉਂਕਿ ਇਹੀ ਗੱਲ ਰਾਜਾ ਵੜਿੰਗ ਨੇ ਕਹੀ ਆ, ਕਹਿੰਦਾ ਕਿ ਪਿਛਲੇ 14.5 ਸਾਲਾਂ 'ਚ 5220 ਕਰੋੜ ਰੁਪਏ ਦਾ ਘਾਟਾ ਪਿਆ ਗਾ। ਪਿਛਲੇ ਕਿੰਨੇ ਸਾਲਾਂ 'ਚ? 14.5 ਸਾਲਾਂ 'ਚ। ਤੇ ਜਿਹੜੇ ਸਾਢੇ ਆ ਮਗਰਲੇ 4 ਉਹ ਫਿਰ ਕਿਹਨੇ ਖਾ ਲਏ? ਚਲੋ ਬਾਕੀ ਤਾਂ ਅਸੀਂ ਖਾ ਲਏ। ਉਹਨਾਂ ਨੇ ਇਹੀ ਕਿਹਾ ਨਾ ਕਿ 10 ਸਾਲ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਕਾਸ਼ ਸਿੰਘ ਸਰਕਾਰ ਬਾਦਲ ਤਾਂ ਚੋਰ ਸੀ ਜੀ, ਖਾ ਗਿਆ। ਤੂੰ ਦੱਸ ਹੁਣ ਕੀ ਕੀਤਾ ਫਿਰ 4.5 ਸਾਲਾਂ 'ਚ? ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਚਾਚਾ ਭਤੀਜਾ ਦੀ ਜਿਹੜੀ ਸਰਕਾਰ ਸੀ ਉਹ ਰਲੀ ਹੋਈ ਸੀ ਦੋਨਾਂ ਨੇ ਜਾ ਕੇ। ਆਏ ਹਾਏ ਆਏ ਹਾਏ, ਚਾਚਾ ਭਤੀਜਾ ਦੀ ਸਰਕਾਰ। ਉਹ ਤਾਂ ਤੂੰ ਵੀ ਬੜੇ ਵੱਡੇ ਵੱਡੇ ਗੁਲਦਸਤੇ ਲੈ ਕੇ ਜਾਂਦਾ ਹੁੰਦਾ ਸੀ, ਕੈਪਟਨ ਸਾਹਿਬ, ਮਹਾਰਾਜਾ ਸਾਹਿਬ, ਤੇ ਬਾਰੀ ਬੰਨੀ ਨੂੰ ਕਿਉਂ ਭਜਦਾ ਹੁੰਦਾ ਸੀ? ਕਾਰ ਦੀ ਬੰਨੀ ਨੂੰ ਵੀ ਖੋਲ ਲੈਣ। ਜਦੋਂ ਇਹਨੂੰ ਖੂਬੀ ਰਾਮ ਨੇ ਮਾਰਿਆ ਸੀ ਚਲਾ ਕੇ ਵੀ ਹਟੋ ਪਾਸੇ, ਸੀਐਮ ਸਾਹਿਬ ਦੀ ਗਾੜੀ ਇਹਦੇ 'ਚ ਨਹੀਂ ਬਹਿਣ ਦਿੰਦਾ ਮੈਂ, ਉਦੋਂ ਫਿਰ ਕਿਉਂ ਨੇੜੇ ਨੇੜੇ ਹੁੰਦਾ ਸੀ? ਬੜੀਆਂ ਕੈਪਟਨ ਸਾਹਿਬ ਦੇ ਪੁਲ ਬੰਦਾ ਹੁੰਦਾ ਸੀ। ਅੱਜ ਉਹ ਲੈ ਗਿਆ ਤਾਂ ਹੁਣ ਸ਼ੇਰ ਬਣਿਆ ਬੈਠਾ। ਉਹਦੇ ਹੁੰਦੇ ਦਿੰਦਾ ਨਾ ਬਿਆਨ ਵੀ ਇੰਨਾ ਘਪਲਾ ਹੋ ਗਿਆ, ਉਹਦੇ ਹੁੰਦੇ ਦਿੰਦਾ ਬਿਆਨ, ਫਿਰ ਤਾਂ ਮੈਂ ਮੰਨਦਾ। ਐਵੇਂ ਪਿੱਛੋਂ ਸੱਪ ਟੱਪ ਗਿਆ, ਲੀਆਂ ਕੁੱਟੀ ਜਾਣੀਆਂ, ਇਹ ਕੋਈ ਬੰਦਿਆਂ ਵਾਲੀ ਗੱਲ ਥੋੜ੍ਹੀ ਆ। ਉਹਨਾਂ ਨੇ ਕਿਹਾ ਕਿ ਜਦੋਂ ਦਾ ਵੜਿੰਗ ਸਾਹਿਬ ਮੰਤਰੀ ਬਣੇ ਨੇ ਅਸੀਂ ਬਹੁਤ ਵਾਧੇ 'ਚ ਲਿਆਂਦਾ, 1 ਕਰੋੜ ਰੁਪਏ ਵਾਂਗੂ ਜਿਹੜਾ ਕਿ ਵਾਧਾ ਕਰਤਾ ਗਾ ਟਰਾਂਸਪੋਰਟ ਨੂੰ, ਜਿਹੜੀ ਪੀਆਰਟੀਸੀ ਆ। ਭਾਈ ਸਾਹਿਬ, ਤੁਹਾਡੇ ਅਖਬਾਰਾਂ ਰਾਹੀਂ ਰੋਜ਼ ਮੈਂ ਦੇਖਦਾ, ਅੱਜ ਫਲਾਨਾ ਡਿਪੂ ਡਰਾਈ ਆ ਜੀ, 100 ਬੱਸ ਖੜੀ ਆ, ਅੱਜ ਫਲਾਨਾ ਡਿਪੂ ਡਰਾਈ ਆ, ਤੇਲ ਨਹੀਂ ਆਇਆ ਉਹਦੇ 100 ਬੱਸ ਖੜੀ ਆ। ਫਿਰ ਉਹ ਕਰੋੜ ਰੁਪਏ ਜਾਂਦਾ ਕਿੱਥੇ ਆ ਭਾਈ ਸਾਹਿਬ ਜਿਹੜਾ ਰੋਜ਼ ਕਮਾਉਂਦੇ ਆ? ਤੇਲ ਬਣੀ ਤੋਂ ਬੱਸਾਂ ਖੜੀ ਜਾਂਦੀਆਂ, ਸਪੇਅਰ ਪਾਰਟ ਬਣੀ ਇਹਨਾਂ ਦੀਆਂ ਬੱਸਾਂ ਖੜੀ ਜਾਂਦੀਆਂ, ਸਮਾਨ ਨਹੀਂ ਮਿਲਦਾ, ਟਾਇਰਾਂ ਬਣੀਓ ਬੱਸਾਂ ਖੜੀ ਜਾਂਦੀਆਂ। ਫਿਰ ਉਹ ਕਰੋੜ ਰੁਪਏ ਦੇ ਪਵਾ ਦੇ ਸਾਰਾ ਕੁਝ ਜੀ। 30 ਕਰੋੜ ਤਾਂ ਮਹੀਨੇ ਦਾ ਬਹੁਤ ਹੁੰਦਾ। ਵੜਿੰਗ ਸਾਹਿਬ ਨੇ ਕਿਹਾ ਕਿ 24 ਬੱਸਾਂ ਹੋਰ ਪੈ ਜਾਣੀਆਂ ਸੀ ਤੇ 50 ਬੰਦਿਆਂ ਨੂੰ ਰੁਜ਼ਗਾਰ ਮਿਲ ਜਾਣਾ ਸੀ ਜੇਕਰ 24 ਬੱਸਾਂ ਹੋਰ ਪੈਂਦੀਆਂ, ਜੇਕਰ ਉਹ 14.5 ਸਾਲ ਨਾ ਲੁੱਟਿਆ ਜਾਂਦਾ। ਭਾਈ ਸਾਹਿਬ, ਜਿਹੜੇ ਹੁਣ ਤੂੰ ਕਰੋੜ ਰੁਪਈਆ ਕਮਾ ਰਹੇ ਆ, ਜਿਹੜੇ ਬੰਦੇ ਆਲਰੇਡੀ ਕੰਮ ਕਰ ਰਹੇ ਆ, ਉਹਨਾਂ ਨੂੰ ਪੱਕੇ ਕਰਦੇ ਹੁਣ। ਉਹ 23 ਤੋਂ ਫਿਰ ਹੜਤਾਲ ਤੇ ਜਾ ਰਿਹਾ, ਰੋਕ ਲਾ। 23 ਤਰੀਕ ਨੂੰ ਪੀਆਰਟੀਸੀ ਪੰਜਾਬ ਰੋਡਵੇ ਦੇ ਕਾਮਣਿਆਂ ਨੇ ਅਨਾਊਂਸ ਕਰਤਾ ਵੀ ਜੇ ਸਾਨੂੰ ਪੱਕੇ ਨਾ ਕੀਤਾ ਅਸੀਂ ਹੜਤਾਲ ਤੇ ਜਾਵਾਂਗੇ। ਹੁਣ ਤੂੰ ਰੋਕ ਲਈ, ਉਹ ਰੋਕ ਲਾ। ਚੱਲ ਉਹਨਾਂ ਨੂੰ ਤਾਂ ਪੱਕੇ ਕਰਨਾ, ਬਾਕੀ ਤਾਂ ਠੀਕ ਆ, ਫਿਰ ਮੈਂ ਤੈਨੂੰ ਮੰਨੂ ਵੀ ਵਾਕਈ ਤੂੰ ਮੰਤਰੀ ਆ। ਸਾਹਿਬ, ਜੇ ਗੱਲ ਕਰਦੇ ਹਾਂ ਤਾਂ ਥੋੜ੍ਹੀ ਜਿਹੀ ਪਾਸੇ ਨੂੰ ਲਿਜਾਨੇ ਆ ਟਰਾਂਸਪੋਰਟ ਤੋਂ। ਜੇਕਰ ਗੱਲ ਕਰੀਏ ਤਾਂ ਰੇਤ ਮਾਫੀਆ ਦੀ ਗੱਲ ਵੀ ਹੋਈ ਆ। ਰੇਤ ਮਾਫੀਆ ਚੰਨੀ ਸਾਹਿਬ ਕਹਿੰਦੇ ਨੇ ਅਸੀਂ 5.5 ਰੁਪਏ ਕਰਤਾ। ਤੁਸੀਂ ਹੁਣੇ ਗੱਲ ਕਰ ਰਹੇ ਸੀ ਕਿ 22 ਰੁਪਏ ਤਾਂ ਠੇਕੇਦਾਰ ਕਹਿੰਦੇ ਵੀ ਅਸੀਂ ਕਿੱਥੋਂ ਦੇਈਏ, ਆਪਦੇ ਕੋਲੋਂ ਥੋੜਾ ਨਾ ਪਾ ਕੇ ਦੇ ਦਈਏ। ਭਾਈ ਸਾਹਿਬ, ਮੈਨੂੰ ਤੁਹਾਡੇ ਮਾਧਿਅਮ ਜ਼ਰੀਏ ਹੀ ਪਤਾ ਲੱਗਿਆ, ਮੈਂ ਕੋਈ ਖੱਡ ਤੇ ਨਹੀਂ ਗਿਆ। ਤੁਹਾਡੇ ਮੀਡੀਆ ਵਾਲੇ ਜਾ ਕੇ ਸਾਰੀ ਰਿਪੋਰਟ ਲੈ ਕੇ ਆਏ ਆ, ਉਹੀ ਪੁੱਛ ਕੇ ਆਏ ਆ ਵੀ 5.5 ਰੁਪਏ ਭਾਈ ਤੁਸੀਂ ਸਾਡੀ ਟਰਾਲੀ ਭਰ ਦਿਓ। ਉਹ ਕਹਿੰਦੇ ਸਰਦਾਰ ਜੀ ਕਿਉਂ ਬੱਚੇ ਮਾਰਦੇ ਹੋ ਸਾਡੇ, ਸਾਨੂੰ ਪੈਂਦਾ ਹੀ ਬਹੁਤ ਮਹਿੰਗਾ ਹੈ, 22 ਰੁਪਈਆਂ ਤੋਂ ਘੱਟ ਤਾਂ ਅਸੀਂ ਦੇ ਹੀ ਨਹੀਂ ਸਕਦੇ। ਇਹ ਚੰਨੀ ਸਾਹਿਬ ਦਾ ਬੈਠੇ ਛੰਡੀ ਤੁਰੇ ਆਉਂਦੇ ਆ, ਕਦੇ ਕੁਛ ਕਹਿ ਦਿੰਦੇ ਆ, ਕਦੇ ਕੁਛ ਕਹਿੰਦੇ। ਹੀ ਇਜ਼ ਨਾਟ ਏ ਪ੍ਰੈਕਟੀਕਲ ਮੈਨ। ਦੇਖੋ, ਮਾਫ ਕਰਨਾ, ਬੜੇ ਵੱਡੇ ਅਹੁਦੇ ਤੇ ਆ, ਮੈਂ ਸਤਿਕਾਰ ਕਰਦਾ ਚੰਨੀ ਸਾਹਿਬ ਦਾ, ਬਟ ਹੀ ਇਜ਼ ਨਾਟ ਏ ਪ੍ਰੈਕਟੀਕਲ ਮੈਨ। ਪ੍ਰੈਕਟੀਕਲ ਬੰਦਾ ਹੁੰਦਾ, ਉਹਨੂੰ ਪਤਾ ਹੁੰਦਾ ਵੀ ਮੈਂ ਇਦੋਂ ਘੱਟ ਚੀਜ਼ ਇਹ ਮਿਲ ਹੀ ਨਹੀਂ ਸਕਦੀ। ਜਿਹਦੀ ਲਾਗਤ ਹੀ 20 ਰੁਪਏ ਆ, ਉਹ ਤੁਹਾਨੂੰ 5.5 ਰੁਪਏ ਕਿਵੇਂ ਮਿਲ ਜੂਗਾ? ਬੱਚਿਆਂ ਵਾਲੀ ਗੱਲ ਕਰੀ ਜਾਂਦੇ ਚੰਨੀ ਸਾਹਿਬ। ਹਾਊ ਇਟ ਕੈਨ ਬੀ ਪੋਸੀਬਲ? ਵਿਧਾਨ ਸਭਾ ਦੇ ਵਿੱਚ ਵੀ ਕਾਫੀ ਕੁਝ ਬੋਲ ਕੇ ਗਏ ਨੇ ਚੰਨੀ ਸਾਹਿਬ। ਕਿਹਾ ਗਿਆ ਕਿ ਅਕਾਲੀ ਦਲ ਇੱਕ ਗਦਾਰ ਪਾਰਟੀ ਆ। ਕਾਂਗਰਸ ਤਾਂ ਬੜੀ ਹਮਦਰਦ ਤੇ ਦਿਲਦਾਰ ਪਾਰਟੀ ਆ, ਉਦੋਂ ਵੱਡੀ ਤਾਂ ਗਰਦਾਰ ਹੀ ਕੋਈ ਨਹੀਂ। ਸਾਰੀ ਦੁਨੀਆ ਦੇ ਸਿੱਖ ਦਿੱਲੀ ਦੇ ਇਹਨਾਂ ਨੇ ਮਰਵਾਤੇ। 1984 ਦੇ ਵਿੱਚ ਐਡਾ ਵੱਡਾ ਇਹਨਾਂ ਨੇ ਕਤਲੇਆਮ ਕੀਤਾ,
ਗੁਰੂ ਸਾਹਿਬ ਤੇ ਇਹਨਾਂ ਨੇ ਹਰਮੰਦਰ ਸਾਹਿਬ ਜਿਹਨੂੰ ਦੁਨੀਆ ਮੰਨਦੀ ਆ ਉਹ ਤੇ ਤੋਪਾਂ ਚਲਾਤੀਆਂ ਤੇ ਅਸੀਂ ਗਦਾਰ ਪਾਰਟੀਆਂ। ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਰ। ਪਹਿਲੀ ਗੱਲ ਤਾਂ ਤੁਸੀਂ ਇਹੋ ਜਿਹੀ ਗੱਲ ਕਰਦੇ ਕਿਉਂ ਹੋ? ਤੁਸੀਂ ਗੱਲ ਮੁੱਦਿਆਂ ਦੀ ਕਰੋ ਵੀ ਤੁਸੀਂ ਕੀ ਕੀਤਾ ਤੇ ਕੀ ਕਰੋਗੇ। ਗੱਲ ਤਾਂ ਆਹਾ ਵਾਈ ਡੂ ਯੂ ਗੋ ਪਰਸਨਲੀ। ਤੂੰ ਗਦਾਰ ਪਾਰਟੀਆਂ ਫਿਰ ਦੋ ਇਹ ਕਹਿਣਗੇ ਚਾਰ ਸਾਤੋਂ ਸੁਣਨਗੇ। ਇਹੋ ਜਿਹੀ ਗੱਲਾਂ ਕਰੋ ਹੀ ਨਾ, ਕਿਉਂਕਿ ਜ਼ਬਾਨ ਹਰੇਕ ਤੇ ਲੱਗੀ ਵੀ ਆ। ਹਾਂਜੀ, ਤੁਸੀਂ ਗੱਲ ਕਰੋ ਵੀ ਅਸੀਂ ਆਹ ਕੁਝ ਕਰਾਂਗੇ, ਉਸ ਟੌਪਿਕ ਤੇ ਗੱਲ ਕਰੋ ਤੇ ਉਸ ਟੌਪਿਕ ਤੇ ਅਸੀਂ ਜਵਾਬ ਦੇਵਾਂਗੇ, ਗੱਲ ਖਤਮ ਹੋ ਗਈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਵੀ ਲੱਗਦੇ ਨੇ ਅਕਾਲੀ ਦਲ ਤੇ 2015 ਨੂੰ ਲੈ ਕੇ। ਲੱਗਦੇ ਆ। ਪੂਰਾ ਇਹਨਾਂ ਨੇ ਸਾਡੀ ਪੂਰੀ ਇਹਨਾਂ ਨੇ ਭੰਡੀ ਕੀਤੀ ਆ ਜੀ 2017 ਦੇ ਇਲੈਕਸ਼ਨ ਤੋਂ ਪਹਿਲਾਂ। ਮੈਂ ਐਂ ਕਰ ਦੂੰ, ਮੈਂ ਐਂ ਕਰ ਦੂੰ ਕਹਿੰਦੇ ਰਹੇ ਆ ਨਾ। ਕੀ ਨਿਕਲਿਆ ਰਿਜ਼ਲਟ ਜੀ? ਹਜੇ ਤੱਕ ਕੋਈ ਹੋਇਆ ਲੱਗਿਆ ਪਤਾ? ਦੱਸੋ। ਕਿਉਂਕਿ ਨਵਜੋਤ ਸਿੱਧੂ ਬਿਆਨ ਦਿੰਦੇ ਨੇ, ਕਹਿੰਦੇ ਨੇ ਕਿ ਜਿਹੜਾ ਜੇਕਰ ਪੰਜਾਬ ਦੇ ਉੱਪਰ ਸਿਆਸਤ ਕਰਨੀ ਹੈ ਜਾਂ ਪੰਜਾਬ ਦੇ ਉੱਪਰ ਰਾਜ ਕਰਨਾ ਤਾਂ ਬਹਿਮਲ ਕਲਾਂ ਗੋਲੀकांड ਯਾਦ ਰੱਖਣਾ ਪਊਗਾ, ਮਗਰਾੜੀ ਵਾਲਾ ਜਿਹੜਾ ਬੇਅਦਬੀ ਮੁੱਦਾ ਉਹ ਵੀ ਯਾਦ ਰੱਖਣਾ ਪਊਗਾ। ਉਹਨਾਂ ਦੇ ਆਪ ਦੇ ਬਿਆਨ ਸੀਗੇ ਸਟੇਜ ਦੇ ਉੱਪਰ। ਤੇ ਮੈਂ ਬਿਆਨ ਦੇ ਦੇਣਾ ਵੀ ਜੇ ਪੰਜਾਬ 'ਚ ਸਿਆਸਤ ਕਰਨੀ ਆ ਤਾਂ 1984 ਵਾਲਾ ਸੀਨ ਵੀ ਯਾਦ ਰੱਖਣਾ ਪੈਣਾ, ਜਦੋਂ ਇਹਨਾਂ ਨੇ ਹਰਮੰਦਰ ਸਾਹਿਬ ਤੇ ਟੈਂਕ ਚੜਾਏ ਸੀ ਤੇ ਜਦੋਂ 31 ਅਕਤੂਬਰ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਜੀ ਦਾ ਮਰਡਰ ਹੋਇਆ ਤੇ ਲੱਖਾਂ ਦੇ ਤਾਦਾਦ ਦੇ ਵਿੱਚ ਘਰ ਉੱਜੜ ਕੇ ਪੰਜਾਬ 'ਚ ਆਏ ਆ ਤੇ ਕਈ ਹਜ਼ਾਰ ਸਿੱਖ ਮਾਰੇ ਗਏ ਬਾਹਰਲੀਆਂ ਸਟੇਟਾਂ ਦੇ ਵਿੱਚ। ਉਹ ਵੀ ਯਾਦ ਰੱਖਣਾ ਪਊਗਾ, ਉਹ ਵੀ ਯਾਦ ਰੱਖ ਲਿਆ ਕਰੋ ਸਿੱਧੂ ਸਾਹਿਬ, ਉਹ ਵੀ ਯਾਦ ਰੱਖ ਲਿਆ ਕਰੋ। ਕੱਲਾ ਬਹਿਬਲ ਕਾਂਡ ਨਹੀਂਗਾ ਜਿਹਦਾ ਹਜੇ ਤਾਈਂ ਇਹੀ ਨਹੀਂ ਪਤਾ ਲੱਗਿਆ ਵੀ ਇਹ ਹੋਇਆ ਕਿਵੇਂ, ਕੀਤਾ ਕਿਹਨੇ ਆ। ਉਹ ਸਭ ਨੂੰ ਪਤਾ ਵੀ ਕਿਹਨੇ ਕੀਤਾ। ਸਰਕਾਰ ਤਾਂ ਅਕਾਲੀ ਦਲ ਸੀ, 1.5 ਸਾਲ ਰਹੀ ਆ ਸਰਕਾਰ ਅਕਾਲੀ ਦਲ ਦੀ। 2015 ਦੇ ਵਿੱਚ ਇਹ ਜਿਹੜਾ ਕਾਂਡ ਆ ਹੁੰਦਾ ਹੈਗਾ, ਪਰ ਅਕਾਲੀ ਦਲ ਦੀ ਸਰਕਾਰ 1.5 ਸਾਲ ਰਹਿੰਦੀ ਆ 2017 ਤੱਕ। ਫਿਰ ਦੋਸ਼ੀ ਕਿਉਂ ਨਹੀਂ ਫੜੇ ਗਏ? ਲੋਕ ਪੁੱਛਦੇ ਨੇ ਇਹ ਸਵਾਲ। ਮੈਂ ਲੋਕਾਂ ਨੂੰ ਇਹ ਸਵਾਲ ਪੁੱਛਦਾ ਵੀ ਇਹਨਾਂ ਦੀ ਸਰਕਾਰ ਦੇ ਜਿਹੜੇ ਆਪੋਜੀਸ਼ਨ ਲੀਡਰ ਸੀ, ਜਿਹੜੇ ਅੱਜ ਸਰਕਾਰ 'ਚ ਆ, ਉਹਨਾਂ ਨੇ ਸਾਨੂੰ ਮਜਬੂਰ ਕਰਕੇ ਸਾਰੇ ਦਾ ਸਾਰਾ ਕੇਸ CBI ਨੂੰ ਦਵਾਇਆ। ਸਾਰਾ ਕੇਸ ਸਾਡੇ ਤੋਂ ਕੈਬਨਿਟ ਦੇ ਵਿੱਚ ਪਾਸ ਕਰਵਾ ਕੇ, ਆਪਣਾ ਉੱਥੇ ਸੈਸ਼ਨ ਦੇ ਵਿੱਚ ਪਾਸ ਕਰਵਾ ਕੇ CBI ਨੂੰ ਦਵਾਇਆ ਤੇ ਬਾਅਦ 'ਚ ਜਦੋਂ ਆਪਦੀ ਸਰਕਾਰ ਬਣ ਗਈ CBI ਤੋਂ ਵਾਪਸ ਲੈ ਲਿਆ ਤੇ ਹਾਲੇ ਇਹਨਾਂ ਤੋਂ ਵੀ ਨਹੀਂ ਹੋਇਆ। ਇਹਦੇ 'ਚ ਦੋਸ਼ੀ ਅਸੀਂ ਹੋ ਗਏ ਕਿ ਇਹ ਹੋ ਗਏ? ਕਿਉਂਕਿ ਵਿਰੋਧੀ ਪਾਰਟੀਆਂ ਇਹ ਦੋਸ਼ ਲਾਉਂਦੀਆਂ ਨੇ ਕਿ ਸ਼ਹਿ ਮਿਲਦੀ ਰਹੀ ਹੈਗੀ ਉਹ ਅਫਸਰਾਂ ਨੂੰ, ਉਹ ਲੋਕਾਂ ਨੂੰ, ਤਾਂ ਕਰਕੇ ਜਿਹੜਾ ਪੰਜਾਬ ਦਾ ਇਨਸਾਫ ਨਹੀਂ ਮਿਲ ਸਕਿਆ। 1984 ਦਾ ਇਨਸਾਫ ਨਹੀਂ ਮਿਲ ਸਕਿਆ ਕਿਉਂਕਿ ਉਸ ਵਕਤ ਜਿਹੜੇ 1984 ਦੇ ਵਿੱਚ ਜਾਂ 1992 ਦੇ ਵਿੱਚ ਘਰਾਂ ਦੇ ਵਿੱਚੋਂ ਮੁੰਡੇ ਚੁੱਕ ਕੇ ਮਾਰੇ ਸੀ। ਸਰਕਾਰ ਅਕਾਲੀ ਦਲ ਦੀ ਰਹੀ ਆ ਤਾਂ ਉਦੋਂ ਵੀ ਸ਼ਹਿ ਮਿਲਦੀ ਰਹੀ ਆ, ਤਾਂ ਕਰਕੇ ਇਨਸਾਫ ਨਹੀਂ ਮਿਲਿਆ ਉਹ ਲੋਕਾਂ ਨੂੰ। ਭਾਈ ਸਾਹਿਬ ਇਹ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਓ ਜੀ, ਬੀਤ ਗਈਆਂ ਗੱਲਾਂ। ਉਹ ਇੱਕ ਸਮਾਂ ਸੀ, ਬੀਤ ਗਿਆ। ਮਾਵਾਂ ਦੇ ਪੁੱਤ ਮਰ ਗਏ, ਭੈਣਾਂ ਦੇ ਵੀਰ ਮਰ ਗਏ ਤੇ ਇਹ ਗੱਲਾਂ ਜਦੋਂ ਕਰਦੇ ਆ ਨਾ ਅੱਖਾਂ 'ਚੋਂ ਅੰਜੂ ਆ ਜਾਂਦੇ ਆ। ਜਿਨ੍ਹਾਂ ਲੋਕਾਂ ਨੇ ਇਹ ਸੰਤਾਪ ਹੰਢਾਇਆ ਉਹਨਾਂ ਨੂੰ ਪੁੱਛ ਕੇ ਵੇਖੋ। ਆਪਾਂ ਆਪਦੀ ਸਿਆਸਤ ਘੋਟਦੇ ਹਾਂ, ਮੈਂ ਕੋਈ ਹੋਰ 4 ਬਿਆਨ ਛੰਡੂਗਾ, ਤੁਸੀਂ ਕੋਈ ਹੋਰ 5 ਬਿਆਨ ਪੁੱਛੋਗੇ। ਇਹ ਟੌਪਿਕ ਆਪਾਂ ਬੀਤਿਆ ਬਤਾਇਆ ਨਾ, ਇਹ ਆਪਾਂ ਜ਼ਖਮਾਂ ਤੇ ਨੂਨ ਛਿੜਕੀਏ, ਕਿਉਂਕਿ ਹਰ ਬੰਦੇ ਨੂੰ ਪਤਾ ਕਿਹਨੇ ਕੀਤਾ, ਕਿਵੇਂ ਹੋਇਆ। ਵਾਰੀ ਕੋਈ ਮੇਰਾ ਨਾ ਇਹੋ ਜਿਹੀਆਂ ਗੱਲਾਂ ਕਰਕੇ ਨਾ ਜੀ ਮੈਂ ਬੜਾ ਸੈਂਸਿਟਿਵ ਜਿਹਾ ਮੇਰਾ ਮਨ ਆ ਤੇ ਮੇਰਾ ਮਨ ਭਰਿਆ ਆਉਂਦਾ, ਤੁਹਾਨੂੰ ਸਹੀ ਗੱਲ ਦੱਸਾਂ ਜੀ। ਗੱਲਾਂ ਤਾਂ ਕਰਨੀਆਂ ਪਈਆਂ ਕਿਉਂਕਿ ਨਵੰਬਰ ਮਹੀਨਾ ਚੱਲ ਰਿਹਾ। ਨਵੰਬਰ 1984 ਦੇ ਵਿੱਚ ਇਹ ਵਰਤਾਂਤ ਹੋਇਆ ਤੇ ਜਿਹੜੀ ਜਗ੍ਹਾ ਤੇ ਬੈਠੇ ਆ ਨਵੰਬਰ 1966 ਦੇ ਵਿੱਚ ਇਹ ਜਗ੍ਹਾ ਪੰਜਾਬ ਤੋਂ ਖੋਹੀ ਗਈ ਸੀ, ਪੰਜਾਬੀ ਬੋਲਦੇ ਇਲਾਕੇ ਖੋਹੇ ਗਏ ਸੀ। ਹੁਣ 2022 ਆ ਰਿਹਾ, ਸਿਆਸਤ ਬਹੁਤ ਹੋਈ ਆ, ਰੋਟੀਆਂ ਬਹੁਤ ਸੇਕੀਆਂ ਗਈਆਂ SYL ਦੇ ਮੁੱਦੇ ਨੂੰ ਲੈ ਕੇ, ਪੰਜਾਬ ਦੇ ਪਾਣੀਆਂ ਨੂੰ ਲੈ ਕੇ, ਪੰਜਾਬੀ ਬੋਲਦੇ ਇਲਾਕਿਆਂ ਨੂੰ ਲੈ ਕੇ ਤੇ ਇਸ ਚੰਡੀਗੜ੍ਹ ਨੂੰ ਲੈ ਕੇ। ਭਾਈ ਸਾਹਿਬ ਅੱਜ ਆਪਣਾ ਮੁੱਦਾ ਨਹੀਂ ਜੀ, ਇਹ ਅੱਜ ਆਪਣਾ ਮੁੱਦਾ ਟਰਾਂਸਪੋਰਟ ਦਾ, ਅੱਜ ਆਪਣਾ ਮੁੱਦਾ ਨਿਊ ਦੀ ਬੱਸ ਦੇ ਪਰਮਿਟ ਕੈਂਸਲ ਕਰਨ ਦਾ, ਅੱਜ ਆਪਣਾ ਮੁੱਦਾ ਹਰਦੀਪ ਸਿੰਘ ਡਿੰਪੀ ਢਿੱਲੋਂ ਨਾਲ ਵੈਂਡੇਟਾ ਪੋਲਿਟਿਕਸ ਜਿਹੜੇ ਹੁਣ ਦੇ ਮੌਜੂਦਾ ਮੰਤਰੀ ਰਾਜਾ ਵੜਿੰਗ ਕਰ ਰਹੇ ਆ, ਇਹ ਮੁੱਦਾ ਮੇਰੀ ਪਰਮਿਟ ਕੈਂਸਲ ਕਰਨ ਦਾ ਮੁੱਦਾ। ਅਸੀਂ ਹਾਈ ਕੋਰਟ 'ਚ ਜਾ ਕੇ ਆਪਦੀ ਅਪੀਲ ਰੱਖਾਂਗੇ, ਆਪਦੀ ਰਿਟ ਪਾਵਾਂਗੇ। ਮੁੱਦਾ ਇਹ ਆ ਜੀ। ਹੁਣ ਇਹਨਾਂ ਗੱਲਾਂ ਦਾ ਜਿਹੜੀਆਂ ਹੋਈਆਂ ਬੀਤੀਆਂ ਜੀ ਆਪਾਂ ਨੂੰ ਭੁੱਲਣੀਆਂ ਪੈਣੀਆਂ ਭਾਈ ਸਾਹਿਬ। 2022 ਦੇ ਵਿੱਚ ਜੇ ਗੱਲ ਕਰੀਏ ਤਾਂ ਸਰਕਾਰ ਆਉਂਦੀ ਆ ਸ਼੍ਰੋਮਣੀ ਅਕਾਲੀ ਦਲ ਦੀ, ਫਿਰ ਕੀ ਹੋਏਗਾ? ਜਿਹੜਾ ਡਿੰਪੀ ਢਿੱਲੋਂ ਦੇ ਪਰਮਿਟ ਕੈਂਸਲ ਕੀਤੇ ਗਏ ਨੇ ਜਾਂ ਡਿੰਪੀ ਢਿੱਲੋਂ ਨੂੰ ਹਾਈ ਕੋਰਟ ਤੱਕ ਪਹੁੰਚਣਾ ਪਿਆ, ਇਸ 'ਤੇ ਕਾਰਵਾਈ ਹੋਏਗੀ?
ਜਾਂ 2022 ਦੇ ਵਿੱਚ ਜੇਕਰ ਸਰਕਾਰ ਆਉਂਦੀ ਆ ਅਕਾਲੀ ਦਲ ਦੀ, ਉਹਨਾਂ ਬੰਦਿਆਂ ਨੂੰ ਪੁੱਛਿਆ ਜਾਏਗਾ ਕਿ ਡਿੰਪੀ ਢਿੱਲੋਂ ਦੀਆਂ ਬੱਸਾਂ ਕਿਉਂ ਬੰਦ ਕਰੀਆਂ ਗਈਆਂ? ਨਹੀਂ ਭਾਈ ਸਾਹਿਬ, ਮੈਂ ਦੇਖੋ, ਮੈਂ ਇਹਨਾਂ ਵਰਗਾ ਨਹੀਂਗਾ ਜੀ, ਸਿਆਸੀ ਕਿੜ ਕੋਈ ਨਹੀਂ ਕੱਢਣੀ। ਮੈਂ ਅਦਾਲਤ ਦੇ ਥਰੂ, ਮਾਣਯੋਗ ਹਾਈ ਕੋਰਟ ਦੇ ਥਰੂ ਹੀ ਆਪਦੀ ਲੜਾਈ ਲੜਾਂਗਾ ਤੇ ਉੱਥੋਂ ਹੀ ਇਨਸਾਫ ਲਵਾਂਗਾ। ਅਗਰ ਮੇਰੀ ਉੱਥੇ ਜਿੱਤ ਪ੍ਰਾਪਤ ਹੋਈ ਤਾਂ ਮੈਂ ਕੋਈ ਹੋਰ ਨਹੀਂ ਵੀ ਇਹਨਾਂ ਨੂੰ ਫਾਹੇ ਲਾਉਣਾ, ਮੈਂ ਆਪਦਾ ਕਲੇਮ ਲਊਂਗਾ। ਜੋ ਮੇਰਾ ਲਾਸ ਹੋਇਆ ਉਹ ਜ਼ਰੂਰ ਪਾਊਂਗਾ ਜੀ। ਮੈਂ ਹੋਰ ਮੇਰਾ ਇਦੋਂ ਉੱਤੇ ਮੇਰਾ ਕੋਈ ਮਕਸਦ ਨਹੀਂ ਕਿਸੇ ਦਾ ਨੁਕਸਾਨ ਕਰਨ ਦਾ। ਆਫੀਸਰ ਸਾਹਿਬਾਨ ਵੀ ਸਾਰੇ ਅੰਡਰ ਪ੍ਰੈਸ਼ਰ ਆ, ਸਰਕਾਰ ਤੋਂ ਹਰ ਬੰਦਾ ਡਰਦਾ ਦੇਖੋ ਜੀ, ਤੇ ਮੈਂ ਕਿਸੇ ਦਾ ਕੋਈ ਨੁਕਸਾਨ ਕਰਕੇ ਰਾਜੀ ਨਹੀਂ। ਸਿੰਪਲ। ਤਾਂ ਬਹੁਤ ਬਹੁਤ ਧੰਨਵਾਦ। ਇਸ ਵਕਤ ਅਸੀਂ ਟਰਾਂਸਪੋਰਟਰ ਡਿੰਪੀ ਢਿੱਲੋਂ ਦੇ ਨਾਲ ਬੈਠੇ ਹੋਏ ਸੀ, ਹਰਦੀਪ ਸਿੰਘ ਡਿੰਪੀ ਢਿੱਲੋਂ। ਤਾਂ ਗੱਲਾਂ ਟਰਾਂਸਪੋਰਟ ਤੋਂ ਚੱਲੀਆਂ। 1984 ਦੇ ਵਿੱਚ ਜੋ ਘਾਣ ਹੋਇਆ ਉਸ ਦੀ ਵੀ ਗੱਲ ਹੋਈ ਥੋੜ੍ਹੀ ਬਹੁਤੀ, ਤੇ ਇਸ ਤੋਂ ਬਾਅਦ ਜਿਹੜੀ ਹੋਰ ਗੱਲ ਹੋਏਗੀ ਉਸ 'ਤੇ ਵੀ ਗੱਲਬਾਤ ਸਾਡੀ ਬਣੀ ਰਹੇਗੀ, ਵਿਚਾਰ ਚਰਚਾ। ਤਾਂ ਜੁੜੇ ਰਹੋ KTV ਦੇ ਨਾਲ। ਮੇਰੇ ਸਹਿਯੋਗੀ ਸਾਥੀ ਅਲਜਿੰਦਰ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।